ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਪਾਤਸ਼ਾਹ ਜੀ ਦੇ ਪਾਵਨ ਬਚਨ ਜੋ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੁਆਰਾ ਰਚੀ ਹੋਈ ਜਪ ਬਾਣੀ, ਜਿਸ ਦੀ ਆਪਾਂ ਲੜੀਵਾਰ ਵਿਚਾਰ ਆਰੰਭ ਕੀਤੀ ਹੈ, ਜਿਸ ਦਾ ਆਰੰਭ ਇੱਕ ਓੰਕਾਰ ਦੇ ਭਾਵ ਤੋਂ ਹੁੰਦਾ ਹੈ। ਮੰਗਲਾਚਰਨ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ, ਉਪਰੰਤ ਉਸ ਤੋਂ ਬਾਅਦ ਜਿਹੜਾ ਬਾਣੀ ਦਾ ਨਾਮ ਜਪ ਅਤੇ ਸ਼ਲੋਕ, ਇਸ ਦੇ ਬਾਬਤ ਆਪਾਂ ਪਿਛਲੇ ਦਿਨੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਜਿਹੜਾ ਸ਼ਲੋਕ ਹੈ ਪਹਿਲਾ, ਉਸ ਦੀ ਜਿਹੜੀ ਵਿਚਾਰ ਹੈ ਆਪਾਂ ਉਹ ਸਮਝਣ ਦਾ ਯਤਨ ਕਰੀਏ। ਸਵਾਉ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਆਪਾਂ ਰਲ ਮਿਲ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਸੰਗਤਾਂ ਜੁੜ ਮਿਲ ਬੈਠੀਆਂ ਨੇ ਲਵਾਓ ਹਾਜ਼ਰੀ ਭਾਈ, ਫਤਿਹ ਨਾਲ ਸਾਂਝ ਪਾ ਲਈ। ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਗਲਾਚਰਨ ਦਾ ਸਰੂਪ ਜਿਹੜਾ ਆਪਾਂ ਬਾਚਿਆ ਸੀ ਵੀ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਹੈ। ਵੱਖ-ਵੱਖ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਇਹ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 567 ਵਾਰੀ ਆਇਆ ਹੈ ਤੇ 2 ਵਾਰ ਇਸ ਦਾ ਰੂਪ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਆਇਆ। 9 ਵਾਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਵੀ ਆਇਆ ਤੇ 33 ਵਾਰ ਪੂਰਨ ਰੂਪ ਹੈ ਜਿਹੜਾ ਇਹਦਾ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਆਇਆ ਤੇ 523 ਵਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਆ। ਹੁਣ ਇਹ ਆਪਾਂ ਮੁੱਢਲੀ ਜਾਣਕਾਰੀ ਜਿਹੜੀ ਪਿਛਲੇ ਦੀਵਾਨਾਂ ਵਿੱਚ ਸਮਝ ਚੁੱਕੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਮੰਗਲਾਚਰਨ ਲਿਖਣ ਤੋਂ ਬਾਅਦ ਬਾਣੀ ਦਾ ਨਾਮ ਜਪ। ਇਸ ਬਾਣੀ ਦਾ ਨਾਮ ਹੈ ਜਪ ਬਾਣੀ, ਜਿਹਨੂੰ ਅਸੀਂ ਜਪਜੀ ਸਾਹਿਬ ਵੀ ਕਹਿ ਦਿੰਦੇ ਹਾਂ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਇਸ ਦਾ ਸਿਰਲੇਖ ਸਿਰਫ ਜਪ ਬਾਣੀ ਲਿਖਿਆ, ਜੱਜਾ ਪੱਪੇ ਦੇ ਔਂਕੜ ਦਿੱਤਾ ਹੋਇਆ। ਜਪ ਬਾਣੀ ਹੈ, ਬਾਣੀ ਦਾ ਨਾਮ ਹੈ। ਹੁਣ ਆਪਾਂ ਪਿੱਛੇ ਵੀ ਇਹ ਗੱਲ ਵਿਚਾਰੀ ਸੀ ਵੀ ਜੇ ਕਿਤੇ ਜਿਹੜਾ ਮੂਲ ਮੰਤਰ ਹੈ ਉਹਨੂੰ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਾਂਗੇ ਤਾਂ ਇਹ ਸਵਾਲ ਪੈਦਾ ਹੁੰਦਾ ਫਿਰ ਬਾਣੀ ਦਾ ਨਾਮ ਕਿੱਥੇ ਹੈ। ਹੁਣ ਜਿਹੜਾ ਵਿਚਾਲੇ ਜਪ ਆ ਗਿਆ ਉਹ ਬਾਣੀ ਦਾ ਨਾਮ ਹੀ ਤਾਂ ਹੈਗਾ, ਉਹ ਮੂਲ ਮੰਤਰ ਦੇ ਵਿੱਚ ਤਾਂ ਆਇਆ ਹੀ ਨਹੀਂ। ਸੋ ਇਸ ਲਈ ਸਾਨੂੰ ਇਹ ਗੱਲ ਦੇ ਬਾਬਤ ਵੀ ਜਾਣਕਾਰੀ ਰੱਖਣੀ ਚਾਹੀਦੀ ਹੈ। ਜੋ ਵੀ ਵੀਰ ਭੈਣਾਂ ਪੜ੍ਹਦੇ ਹੈ, ਖਾਸ ਕਰਕੇ ਮੰਨ ਲਓ ਵੀ ਸਾਨੂੰ ਬੱਚਿਆਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ, ਕਿਉਂਕਿ ਝਮੇਲਾ ਬੜਾ ਹੁੰਦਾ। ਇਹ ਗੱਲ ਨੂੰ ਵਾਚਣਾ ਬੜਾ ਲਾਜ਼ਮੀ ਹੈ। ਇਹ ਮੁੱਢਲੀ ਜਾਣਕਾਰੀ ਹੈ, ਇਹਦੇ ਬਾਬਤ ਸਾਨੂੰ ਹਰੇਕ ਨੂੰ ਪਤਾ ਹੋਣਾ ਚਾਹੀਦਾ ਵੀ ਮੂਲ ਮੰਤਰ ਹੈ ਕਿੱਥੋਂ ਤੱਕ ਹੈ। ਬਸ
ਸੋ ਖੈਰ ਜਪ ਬਾਣੀ ਦਾ ਨਾਮ ਹੈ। ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਜਿਹੜੀ ਬਖਸ਼ਿਸ਼ ਕਰਦੇ ਆ, ਅਕਾਲ ਪੁਰਖ ਪ੍ਰਮਾਤਮਾ ਜੀ, ਜਿਨ੍ਹਾਂ ਬਾਬਤ ਮੰਗਲਾਚਰਨ ਦੇ ਵਿੱਚ ਦੱਸ ਦਿੱਤਾ ਹੈ ਵੀ ਉਹ ਇੱਕ ਹੈ, ਸਰਬ ਵਿਆਪਕ ਹੈ, ਨਿਰਭਉ ਹੈ, ਨਿਰਵੈਰ ਹੈ ਤੇ ਅਕਾਲ ਮੂਰਤ ਹੈ। ਹੁਣ ਸਾਰੀ ਬਾਣੀ ਅੱਗੇ ਉਸ ਇੱਕ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਕਰਦੀ ਹੈ। ਜਪ ਬਾਣੀ ਹੈ ਜਿਹੜੀ, ਇਹਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰਾਂ ਬਖਸ਼ੀਆਂ ਨੇ, ਉਹਨਾਂ ਸਾਰੀਆਂ ਵਿਚਾਰਾਂ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਵਿਆਖਿਆ ਕਰਦਾ ਹੈ। ਭਾਵ ਸਾਰੀ ਅਗਲੇਰੀ ਬਾਣੀ ਹੈ ਜਿਹੜੀ ਜਪ ਬਾਣੀ ਦੀ ਵਿਆਖਿਆ ਕਰਦੀ ਹੈ। ਤੇ ਸਾਰੀ ਜਪ ਬਾਣੀ ਹੈ ਜਿਹੜੀ ਸਿਰਫ ਤੇ ਸਿਰਫ ਇੱਕ ਓੰਕਾਰ ਭਾਵ ਇੱਕੋ ਮਾਲਕ ਹੈ ਜਿਹੜਾ ਉਹਦੇ ਸਿਫਤ ਸਲਾਹ ਦੇ ਵਿੱਚ ਹੈ। ਹੁਣ ਉਹਦੀ ਜਿਹੜੀ ਵਿਆਖਿਆ ਹੈ ਸਤਿਗੁਰੂ ਜੀ ਨੇ ਅੱਗੇ ਖੁੱਲ੍ਹ ਕੇ ਮਨੁੱਖ ਨੂੰ ਸਮਝਾਇਆ ਹੈ, ਸਮਾਜ ਨੂੰ ਸਮਝਾਉਣ ਦਾ ਸਤਿਗੁਰੂ ਜੀ ਨੇ ਯਤਨ ਕੀਤਾ ਹੈ। ਅਸੀਂ ਜਦੋਂ ਵਿਚਾਰਾਂਗੇ ਸਾਨੂੰ ਹਰੇਕ ਪੱਖ ਸਮਝ ਆਉਣਗੇ, ਕਿਉਂਕਿ ਲੜੀਵਾਰ ਵਿਚਾਰ ਕਰਨ ਦਾ ਮਤਲਬ ਇਹ ਹੈ ਵੀ ਹਰੇਕ ਗੱਲ ਪਹਿਲਾਂ ਸ਼ੁਰੂਆਤ ਤੋਂ ਉਹਦਾ ਮੁੱਢ ਹੈ ਜਿਹੜਾ ਮਜ਼ਬੂਤੀ ਨਾਲ ਬੰਨ੍ਹਿਆ ਜਾਵੇ। ਸਿਫਤ ਸਲਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਦੀ ਸ਼ੁਰੂ ਕੀਤੀ ਹੈ। ਇੰਨਾ ਜ਼ਰੂਰ ਖਿਆਲ ਰੱਖਿਓ ਵੀ ਗੁਰੂ ਨਾਨਕ ਸਾਹਿਬ ਇੱਕ ਮਾਲਕ ਦੇ ਉਪਾਸਕ ਹੈ, ਇੱਕੋ ਇੱਕ ਮਾਲਕ ਦੇ। ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਦਣ ਗਿਣਤੀ ਵਾਲਾ ਏਕਾ ਪਾ ਦਿੱਤਾ ਨਾ, ਬਾਕੀ ਸਾਰੇ ਜਿੰਨੇ ਸੀਗੇ, ਮੇਰੇ ਕਹਿਣ ਤੋਂ ਭਾਵ ਹੈ ਵੀ ਜਿੰਨੇ ਲੋਕਾਂ ਨੇ ਰੱਬ ਬਣਾਏ ਹੋਏ ਸੀ, ਜਿੰਨੇ ਆਗੂ ਬਣਾਏ ਹੋਏ ਸੀ, ਜਿੰਨੇ ਲੋਕਾਂ ਨੇ ਆਪਣੇ ਦੇਵੀ ਦੇਵਤੇ ਬਣਾਏ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਰੇ ਪਾਸੇ ਕਰ ਦਿੱਤੇ ਵੀ ਸਿਰਫ ਹੈ ਹੀ ਇੱਕੋ ਹੈ। ਬਹੁਤ ਬੰਦੇ ਅੱਗੇ ਜਾ ਕੇ ਗੁਰਬਾਣੀ ਦੇ ਵਿੱਚ ਨਾ ਇਹ ਗੱਲ ਦਾ ਭੁਲੇਖਾ ਪਾ ਲੈਂਦੇ ਆ, ਕਹਿੰਦੇ ਜੀ ਦੇਖੋ ਗੁਰਬਾਣੀ ਦੇ ਵਿੱਚ ਈਸ਼ਰ, ਬ੍ਰਹਮੇ, ਪਾਰਬਤੀ, ਇਹਨਾਂ ਦੇਵੀ ਦੇਵਤਿਆਂ ਦੇ ਨਾਮ ਆਇਆ, ਖੌਰੇ ਗੁਰਬਾਣੀ ਵੀ ਮੰਨਦੀ ਹੋਵੇ। ਗੁਰਬਾਣੀ ਦੇ ਵਿੱਚ ਤਾਂ ਚੋਰ ਲਫ਼ਜ਼ ਵੀ ਆਇਆ, ਠੱਗ ਵੀ ਆਇਆ, ਨਿੰਦਕ ਵੀ ਆਇਆ, ਗੁਰਬਾਣੀ ਉਹਨਾਂ ਨੂੰ ਮੰਨਦੀ ਹੈ? ਕਿਤੇ ਚੋਰ ਵੀ ਲਿਖਿਆ ਗੁਰਬਾਣੀ 'ਚ, ਤਾਂ ਨਾਮ ਲਿਖਣ ਦੇ ਨਾਲ ਮਹਾਨ ਥੋੜ੍ਹੀ ਹੈ। ਗੁਰਬਾਣੀ ਦੇ ਵਿੱਚ ਰਾਵਣ ਦਾ ਨਾਮ ਵੀ ਲਿਖਿਆ ਹੋਇਆ, ਕਿ ਗੁਰਬਾਣੀ ਕੋ ਮਹਾਨ ਹੈ ਉਹ? ਅਨੇਕਾਂ। ਭਾਵ ਇਹ ਸਮਝਿਓ ਵੀ ਉਹਨਾਂ ਦੀ ਵਿਆਖਿਆ ਕਿਸ ਰੂਪ ਦੇ ਵਿੱਚ ਕੀਤੀ ਹੋਈ ਹੈ। ਗੁਰੂ ਨਾਨਕ ਸਾਹਿਬ ਤਾਂ ਗੱਲ ਇੱਕ ਤੋਂ ਸ਼ੁਰੂ ਕਰ ਰਹੇ ਹੈ, ਤੇ ਇਸ ਲਈ ਆਪਾਂ ਸਾਰੇ ਸਾਡੇ ਭੁਲੇਖੇ ਨਿਕਲਣ, ਆਪਾਂ ਜਪ ਬਾਣੀ ਦੀ ਵਿਚਾਰ ਆਰੰਭੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਕਹਿੰਦੇ ਆਦ ਸੱਚ ਜੁਗਾਦ ਸੱਚ। ਆਦ ਦਾ ਭਾਵ ਹੈ ਮੁੱਢ ਤੋਂ, ਸ਼ੁਰੂ ਤੋਂ ਹੈ ਉਹ ਪ੍ਰਮਾਤਮਾ ਹੈ ਜਿਹੜਾ, ਉਹਦੀ ਹੋਂਦ। ਸੱਚ ਦਾ ਭਾਵ ਹੈ ਉਹਦੀ ਹੋਂਦ, ਉਹ ਸਦੀਵ ਹੈ, ਉਹ ਸੱਚ ਹੈ। ਉਹ ਪਰਮੇਸ਼ਰ ਹੈ ਜਿਹੜਾ ਆਦ ਸੱਚ ਹੈ, ਸ਼ੁਰੂ ਤੋਂ ਹੈ। ਜਦੋਂ ਤੋਂ ਮੰਨ ਲਓ ਵੀ ਬੰਦਾ ਜਾਣਦਾ ਵੀ ਨਹੀਂ ਹੈ ਵੀ ਕਦੋਂ ਤੋਂ ਹੈ ਉਹ। ਸ੍ਰਿਸ਼ਟੀ ਤਾਂ ਪਰਮੇਸ਼ਰ ਦੀ ਆਪਣੀ ਉਹਦੀ ਰਚਨਾ ਹੈ। ਇਹ ਨਹੀਂ ਵੀ ਜਦੋਂ ਧਰਤੀ ਸ਼ੁਰੂ ਹੋਈ ਹੈ ਰੱਬ ਦਾ ਵੀ ਉਦੋਂ ਹੀ ਸ਼ੁਰੂ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆਦ ਸੱਚ ਹੈ, ਉਹ ਪਹਿਲਾਂ ਵੀ ਸਮਾਇਆ ਹੋਇਆ। ਉਹ ਜੁਗਾਦ ਸੱਚ ਹੈ, ਜੁਗ ਭਾਵ ਜੁਗਾਂ ਤੋਂ, ਜਦੋਂ ਤੋਂ ਦੁਨੀਆ ਸ਼ੁਰੂ ਹੋਈ ਆ ਉਦੋਂ ਤੋਂ ਵੀ ਹੈ। ਉਹ ਮੁੱਢ ਹੈ, ਭਾਵ ਉਹ ਖਤਮ ਨਹੀਂ ਹੋਣ ਵਾਲਾ। ਭਾਵ ਇਹ ਦੇਖੋ, ਸਮਝਿਓ ਇਸ ਗੱਲ ਨੂੰ ਵੀ ਉਹ ਪਰਮੇਸ਼ਰ ਹਮੇਸ਼ਾ ਹੈ। ਹੁਣ ਤੁਸੀਂ ਇਸ ਫਿਲਾਸਫੀ ਨੂੰ ਸਮਝਿਓ, ਇੱਕ ਜਿਹੜੀ ਖਾਸ ਕਰਕੇ ਸਾਡੇ ਭਾਰਤ ਦੇ ਵਿੱਚ ਚੱਲਦੀ ਹੈ। ਸਾਡੇ ਭਾਰਤ ਦੇ ਅੰਦਰ ਇਹ ਸੋਚਣੀ ਲੋਕਾਂ ਦੀ ਹੈ, ਜਾਂ ਇਹੋ ਜਿਹੀਆਂ ਕਥਾ ਕਹਾਣੀਆਂ ਲੋਕਾਂ ਨੂੰ ਸੁਣਾਈਆਂ ਗਈਆਂ ਵੀ ਦੇਖੋ ਜੀ ਫਲਾਣੇ ਯੁੱਗ ਦੇ ਵਿੱਚ, ਫਲਾਣੇ ਸਮੇਂ ਦੇ ਵਿੱਚ ਕਿਸੇ ਫਲਾਣੇ ਬੰਦੇ ਦੇ ਘਰੇ ਰੱਬ ਨੇ ਅਵਤਾਰ ਧਾਰਨ ਕੀਤਾ। ਪਰ ਸਤਿਗੁਰ ਦੀ ਪਾਵਨ ਗੁਰਬਾਣੀ ਕਹਿੰਦੀ ਹੈ, ਆਪਾਂ ਹੋਰ ਨਹੀਂ ਵਿਆਖਿਆ ਕਰਦੇ, ਆਪਾਂ ਜਪ ਬਾਣੀ ਦੇ ਵਿੱਚੋਂ ਹੀ ਕਰਾਂਗੇ। ਸਤਿਗੁਰੂ ਜੀ ਕਹਿੰਦੇ ਉਹ ਤਾਂ ਹੈ ਹੀ ਅਜੂਨੀ ਹੈ, ਫਿਰ ਜੂਨਾਂ ਵਿੱਚ ਤਾਂ ਆਉਂਦਾ ਕੋਈ ਨਹੀਂ ਰੱਬ। ਅਵਤਾਰ ਕਿਵੇਂ ਧਾਰਨ ਕਰ ਲਏ ਉਹਨੇ ਅਵਤਾਰ ਕਿਵੇਂ ਧਾਰਨ ਕਰ ਲਏ? ਸਪੈਸ਼ਲੀ ਰੂਪ ਦੇ ਵਿੱਚ ਉਹ ਆਇਆ ਕਿਤੇ ਦੁਨੀਆ ਤੇ। ਗੁਰਬਾਣੀ ਕਹਿੰਦੀ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਰੂਪ ਕੋਈ ਆਕਾਰ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਬਣਾਇਆ ਨਹੀਂ ਜਾ ਸਕਦਾ, ਥਾਪ ਕੇ ਨਹੀਂ ਰੱਖਿਆ, ਭਾਵ ਉਹਦੀ ਮੂਰਤ ਨਹੀਂ ਕੋਈ ਤਿਆਰ ਕੀਤੀ ਜਾ ਸਕਦੀ।
ਉਹਨੂੰ ਬਣਾਇਆ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਸਹਿ ਭੰਗ ਹੈ ਨਾ, ਉਹ ਆਪਣੇ ਆਪ ਤੋਂ ਹੈ ਨਾ ਉਹ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ ਬਣਿਆ ਹੋਇਆ ਹੈ, ਆਪਣੇ ਆਪ ਤੋਂ ਹੀ ਪੈਦਾ ਹੋਇਆ। ਉਹਨੂੰ ਕੋਈ ਬਣਾਉਣ ਵਾਲਾ ਨਹੀਂ ਆਇਆ ਅੱਜ ਤੱਕ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਦੁਨੀਆ ਤੇ ਆਇਆ। ਤੇ ਇਸ ਲਈ ਜਿਹੜੀ ਆਪਾਂ ਗੱਲ ਵਿਚਾਰ ਰਹੇ ਹਾਂ, ਸਾਡਾ ਇਹ ਭੁਲੇਖਾ ਨਿਕਲ ਜਾਵੇ। ਜਦੋਂ ਸਿਫਤ ਸਲਾਹ ਮਾਲਕ ਦੀ ਕਰਨੀ ਹੈ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਤਾਂ ਉਸ ਪ੍ਰਮਾਤਮਾ ਨੂੰ ਮੰਗਲਾਚਰਨ ਦੇ ਰੂਪ ਵਿੱਚ ਵੇਖੋ ਵੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੱਬ ਜੀ ਦੇ ਬਾਬਤ ਜੋ ਵਿਆਖਿਆ ਦਿੱਤੀ ਉਹ ਕਿਵੇਂ ਦੀ ਹੈ। ਨਹੀਂ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੈ। ਰੱਬ ਦੀ ਗੱਲ ਤਾਂ ਹਰੇਕ ਹੀ ਕਰਦਾ। ਰੱਬ ਰੱਬ ਇੱਥੇ ਪਹਿਲਾਂ ਕਿਹੜਾ ਹੁੰਦਾ ਨਹੀਂ ਸੀ? ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਕਿਹੜਾ ਇੱਥੇ ਕੋਈ ਧਰਮੀ ਆਏ ਨਹੀਂ ਸੀ, ਜਾਂ ਰੱਬ ਦੀ ਗੱਲ ਕਿਸੇ ਨੇ ਕੀਤੀ ਨਹੀਂ ਸੀ। ਪਰ ਗੱਲ ਇਹ ਹੈ, ਭੁਲੇਖਾ ਪਾ ਦਿੱਤਾ ਗਿਆ ਸੀ ਸਮਾਜ ਦੇ ਅੰਦਰ ਨਾ। ਇੱਥੇ ਸਮਾਜ ਦੇ ਅੰਦਰ ਸਮੇਂ ਸਮੇਂ, ਜਿਹਨੂੰ ਗੁਰਬਾਣੀ ਦੀ ਪਾਵਨ ਬਾਣੀ ਕਹਿੰਦੀ ਹੈ ਵੀ ਜੁਗਾ ਜੁਗਾਂ ਕੇ ਰਾਜੇ ਕੀਏ ਗਾਵੈ ਕਰ ਅਵਤਾਰੀ। ਇੱਥੇ ਰਾਜਿਆਂ ਨੂੰ ਅਗਲਿਆਂ ਨੇ ਰੱਬ ਬਣਾਤਾ। ਆਏ ਸਮਾਜ ਵਿੱਚ ਰਾਜੇ ਆਏ, ਮੰਨਿਆ ਜਾ ਸਕਦਾ ਵੀ ਉਹਨਾਂ ਦੇ ਚੰਗੇ ਕੰਮ ਵੀ ਹੋਣਗੇ। ਰਾਜਿਆਂ ਦੇ ਕੰਮ ਜਿਹੜੇ ਕਰਨ ਵਾਲੇ, ਸਮਾਜ ਦਾ ਭਲਾ ਹੀ ਕਰਨਾ ਹੁੰਦਾ, ਉਹਨਾਂ ਨੇ ਖਲਕਤ ਦੀ ਰਾਖੀ ਕਰਨੀ ਹੁੰਦੀ, ਚੰਗੇ ਹੋਣਗੇ ਉਹਨਾਂ ਦੇ, ਪਰ ਉਹਨਾਂ ਨੂੰ ਰੱਬ ਬਣਾ ਦਿੱਤਾ। ਹੁਣ ਇਹਦੇ ਪਿੱਛੇ ਸੋਚ ਬੜੀ ਵੱਡੀ ਸੀ। ਵਿਪਰ ਸੀ ਨਾ, ਉਹਦੀ ਰਲਗੱਡ ਸੀ ਰਾਜੇ ਦੇ ਨਾਲ ਵੀ ਸਾਡੀ ਤਾਂ ਚੱਲੂਗੀ ਵੀ ਮੈਂ ਧਰਮੀ ਆਗੂ ਹੋ ਗਿਆ, ਕਿਉਂਕਿ ਵਿਪਰ ਜੋ ਧਰਮੀ ਆਗੂ ਹੈ, ਧਰਮ ਦਾ ਮੁਖੀ ਹੈ, ਲੋਕ ਸਤਿਕਾਰ ਕਰਦੇ ਹੈ। ਕਹਿੰਦਾ ਵੀ ਦੇਖ ਆਪਣੀ ਬਣ ਕੇ ਤਾਂ ਚੱਲੂਗੀ ਜੇ ਲੋਕਾਂ ਨੂੰ ਭੁਲੇਖੇ 'ਚ ਰੱਖਾਂਗੇ। ਕਿਵੇਂ? ਉਹ ਕਹਿੰਦਾ ਵੀ ਜੇ ਮੈਂ ਤੇਰੇ ਕੋਲ ਆਊਂਗਾ, ਰਾਜੇ ਨੂੰ ਵਿਪਰ ਨੇ ਕਿਹਾ ਵੀ ਜੇ ਮੈਂ ਤੇਰੇ ਕੋਲ ਆਊਂਗਾ ਤੂੰ ਮੈਨੂੰ ਰੱਬ ਬਣਾਈ, ਮੇਰੇ ਪੈਰ ਧੋ ਕੇ ਪੀਵੀਂ, ਤੇ ਅੱਗੋਂ ਮੈਂ ਕਹੂੰਗਾ ਵੀ ਰਾਜਾ ਨੇ ਕਲੰਕ ਹੈ, ਰਾਜਾ ਜੋ ਕੁਛ ਮਰਜ਼ੀ ਕਰੇ ਇਹਨੂੰ ਪਾਪ ਨਹੀਂ ਲੱਗਣਾ, ਨੇ ਕਲੰਕ ਹੈ। ਤੇ ਸਮਾਜ ਦੇ ਅੰਦਰ ਇਸ ਮਿਲੀ ਭੁਗਤ ਨੇ ਦੁਨੀਆ ਦਾ ਬੇੜਾ ਗਰਕ ਕੀਤਾ ਹੀ। ਅੱਜ ਵੀ ਇਹੋ ਹੀ ਹੈ, ਅੱਜ ਵੀ ਸਮਾਜ ਵਿੱਚ ਇਹੋ ਹੀ ਚੱਲ ਰਿਹਾ ਹੈ। ਸਾਡੇ ਸਾਹਮਣੇ ਹੈ, ਕੋਈ ਵੱਡੀਆਂ ਉਦਾਹਰਨਾਂ ਦੇਣ ਦੀ ਲੋੜ ਨਹੀਂ। ਸਾਡੇ ਆਪਣੇ ਸਮਾਜ ਦੇ ਅੰਦਰ ਸਾਡੇ ਆਗੂ, ਰਾਜਨੀਤਿਕ ਲੀਡਰ, ਉਹ ਨਿਕੰਮੇ ਸਾਧਾਂ ਦੇ ਪੈਰਾਂ ਵਿੱਚ ਬੈਠੇ ਦਿਖਣਗੇ ਤੁਹਾਨੂੰ। ਤੇ ਵੱਡੇ ਵੱਡੇ ਸਾਡੇ ਧਰਮ ਦੇ ਆਗੂ, ਉਹ ਲੀਡਰਾਂ ਦੀਆਂ ਜੁੱਤੀਆਂ ਚੱਟਦੇ ਵੇਖੇ ਹੋਣਗੇ ਤੁਸੀਂ। ਫੋਟੋਆਂ ਵੀ ਵਾਇਰਲ, ਕਹਿਣ ਦੀ ਲੋੜ ਨਹੀਂ, ਫੋਟੋਆਂ ਬੜੀਆਂ ਤੁਹਾਡੇ ਕੋਲ ਦੇਖਦੇ ਹੋ ਤੁਸੀਂ, ਸੋਸ਼ਲ ਮੀਡੀਆ 'ਤੇ ਸਾਰਾ ਕੁਝ ਆ ਜਾਂਦਾ ਹੈ। ਇੱਕ ਦੂਸਰੇ ਦੇ ਪਿਛਲੱਗ, ਮਤਲਬ ਕਿਉਂਕਿ ਮਿਲੀ ਭੁਗਤ ਆ ਉਹਨਾਂ ਦੀ। ਉਹਨਾਂ ਨੂੰ ਪਤਾ ਹੈ ਵੀ ਲੋਕਾਂ ਨੂੰ ਗੁੰਮਰਾਹ ਕਿਵੇਂ ਕਰਨਾ, ਕਿਵੇਂ ਚੱਲਣਾ। ਅੱਜ ਦੇਖਿਆ ਹੀ ਹੈ ਤੁਸੀਂ। ਮੰਨ ਲਓ ਵੀ ਬਹੁਤ ਆਗੂ ਬੰਦੇ, ਧਰਮ ਦੇ ਆਗੂ ਬੰਦੇ, ਬਹੁਤ ਧਰਮ ਦੀਆਂ ਸੰਸਥਾਵਾਂ ਸਾਡੇ ਦੀਆਂ ਇਹਨਾਂ ਰਾਜਿਆਂ ਦੀਆਂ ਵੋਟ ਬੈਂਕਿੰਗ ਦਾ ਕੰਮ ਕਰਦੀਆਂ ਨੇ, ਵੋਟ ਬੈਂਕਾਂ ਦਾ ਕੰਮ। ਕਿਉਂਕਿ ਅਗਲਿਆਂ ਨੇ ਵੱਡੇ ਵੱਡੇ ਬੰਦੇ ਫਿੱਟ ਕੀਤੇ ਹੋਏ ਆ ਧਰਮ ਦੇ ਨਾਂ 'ਤੇ, ਜਿਹੜੇ ਲੋਕਾਂ ਨੂੰ ਇਮੋਸ਼ਨਲ ਕਰਦੇ ਆ, ਉਹ ਫਿਰ ਜੋੜਦੇ ਆ ਰਾਜਿਆਂ ਦੇ ਨਾਲ, ਆਗੂਆਂ ਦੇ ਨਾਲ। ਤੇ ਇਸ ਲਈ ਇਸ ਗੱਲ ਨੂੰ ਸਮਝੋ। ਫਿਰ ਅੱਗੋਂ ਲੀਡਰ ਵੀ ਰੁਤਬਾ ਵੱਡਾ ਦੇ ਦਿੰਦਾ ਨਾ ਵੀ ਸਾਡੇ ਮਹਾਂਪੁਰਸ਼ ਹੈ, ਵੱਡੇ ਮਹਾਂਪੁਰਸ਼ ਹੈ। ਸੋ ਖੈਰ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੋ ਹੀ ਸੋਚ ਲੋਕਾਂ ਦੀ ਜਿਹੜੀ ਹੈ ਉਸ ਚਿੱਕੜ ਵਿੱਚੋਂ ਕੱਢੀ ਆ ਵੀ ਉਹ ਪਰਮੇਸ਼ਰ ਹੈ ਜਿਹੜਾ, ਉਹ ਤਾਂ ਸੱਚ ਹੈ, ਆਦ ਸੱਚ ਹੈ, ਜੁਗਾਦ ਸੱਚ ਹੈ, ਤੇ ਉਹਨੇ ਰਹਿਣਾ ਹੀ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਪਰਮੇਸ਼ਰ ਨੇ ਹਮੇਸ਼ਾ ਰਹਿਣਾ, ਸਦੀਵੀ ਹੈ ਉਹ। ਨਾ ਉਹਨੂੰ ਕੋਈ ਬਣਾ ਸਕਦਾ, ਨਾ ਉਹਨੂੰ ਕੋਈ ਘੜ ਸਕਦਾ, ਨਾ ਹੀ ਉਹਨੂੰ ਕੋਈ ਬਣਾ ਕੇ ਥਾਪ ਸਕਦਾ। ਮਾਲਕ ਨੇ ਸਾਰੀ ਦੁਨੀਆ ਬਣਾਈ ਹੈ, ਕੋਈ ਰੱਬ ਨੂੰ ਬਣਾਉਣ ਵਾਲਾ ਨਹੀਂ ਅਜੇ ਤੱਕ ਆਇਆ। ਉਹ ਕਵੇ ਮੈਂ ਰੱਬ ਨੂੰ ਬਣਾ ਦੂੰਗਾ। ਫਿਰ ਸਾਡੇ ਭੁਲੇਖੇ ਦੂਰ ਹੋਣ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸੋਚ ਹੈ ਨਾ, ਗੁਰੂ ਨਾਨਕ ਸਾਹਿਬ ਜੀ ਦੀ ਜਿੱਥੋਂ ਵਿਆਖਿਆ ਸ਼ੁਰੂ ਹੁੰਦੀ ਹੈ, ਬਹੁਤ ਮਹਾਨ ਹੈ। ਸਾਡੀ ਸੋਚ ਉੱਥੋਂ ਤੱਕ ਜਾ ਨਹੀਂ ਸਕੀ ਅਜੇ ਤੱਕ ਵੀ ਜਿੱਥੋਂ ਗੁਰੂ ਨਾਨਕ ਨੂੰ ਸਮਝ ਸਕੀਏ ਅਸੀਂ। ਤੇ ਹੈ ਬੜੇ ਸੌਖੇ ਭਾਵ, ਸੌਖੇ ਅਰਥਾਂ ਵਿੱਚ ਹੀ ਇਹ ਗੱਲਾਂ, ਪਰ ਸਾਡੀ ਪਤਾ ਨਹੀਂ ਸੋਚਣੀ ਖੌਰੇ, ਕੀ ਪਤਾ ਅੱਗੇ ਵੱਧ ਗਏ ਹੋਈਏ ਅਸੀਂ, ਨਾ ਗੱਲ ਨੂੰ ਸਮਝਦੇ ਹੋਈਏ। ਪਰ ਗੱਲ ਇਹ ਹੈ ਵੀ ਜੋ ਸੱਚਾਈ ਗੁਰੂ ਨਾਨਕ ਸਾਹਿਬ ਨੇ ਰੱਬ ਜੀ ਦੇ ਬਾਬਤ ਦੱਸੀ ਹੈ ਨਾ, ਉਹ ਅਸੀਂ ਸਮਝ ਹੀ ਨਹੀਂ ਪਾਏ। ਫਿਰ ਦੂਜੇ ਥਾਂ 'ਤੇ ਦੇਖੋ
ਪਰਮਾਤਮਾ ਜੀ ਦੇ ਬਾਰੇ ਇੱਕ ਗੱਲ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਹੈ ਹੀ ਇੱਕੋ ਹੈ, ਉਹਨੂੰ ਨਾ ਕੋਈ ਬਣਾਇਆ ਜਾ ਸਕਦਾ, ਨਾ ਉਹਨੂੰ ਥਾਪਿਆ ਜਾ ਸਕਦਾ ਹੈ। ਪਰ ਬੰਦਾ ਸੋਚੇ ਵੀ ਉਹਦੀ ਵਡਿਆਈ, ਉਹਦੀ ਸਿਫਤ ਸਲਾਹ, ਉਹਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ, ਤਾਂ ਗੁਰੂ ਸਾਹਿਬ ਜੀ ਨੇ ਉਸ ਦਾ ਭਾਵ ਵੀ ਕੱਢ ਦਿੱਤਾ ਵੀ ਸਭ ਮੈਂ ਜੋਤ, ਜੋਤ ਹੈ ਸੋਇ ਤਿਸ ਦਾ ਚਾਨਣ, ਸਭ ਮੈਂ ਚਾਨਣ। ਬੰਦਿਆ ਨਿਗਾਹ ਤਾਂ ਮਾਰ, ਉਹ ਹੈ ਕਿੱਥੇ ਨਹੀਂ ਹੈ, ਸਰਵ ਵਿਆਪਕ ਹੈ, ਉਹ ਇੱਕ ਥਾਂ ਤੇ ਨਹੀਂ, ਉਹ ਸਾਰਿਆਂ ਦੇ ਵਿੱਚ ਹੀ ਤਾਂ ਹੈ। ਪਰ ਇੱਕ ਗੱਲ ਜ਼ਰੂਰ ਸਮਝੀ, ਉਹਨੂੰ ਜੀਆਂ ਦੇ ਵਿੱਚੋਂ ਵੇਖੀ, ਜੋਤਾਂ ਦੇ ਵਿੱਚੋਂ ਵੇਖੀ। ਜੋਤ ਦਾ ਭਾਵ ਇਹ ਨਹੀਂ ਵੀ ਮੈਂ ਕਿਸੇ ਦੀਵੇ ਦੀ ਗੱਲ ਕਰ ਰਿਹਾ ਵਾਂ, ਆਹ ਸਾਰੀਆਂ ਜਗਤ ਦੀਆਂ ਜੋਤਾਂ ਮਾਲਕ ਦੀਆਂ ਹੀ ਆ। ਇਨਸਾਨ ਜਿਹੜਾ ਉਹਦੀ ਜੋਤ ਹੀ ਹੈ, ਇਹਦੇ ਵਿੱਚੋਂ ਵੇਖਣ ਦੀ ਕੋਸ਼ਿਸ਼ ਕਰੀ। ਨਿਰਜੀਵ ਵਸਤੂਆਂ ਵਿੱਚੋਂ ਰੱਬ ਨੂੰ ਨਾ ਲੱਭਣ ਲੱਗ ਪਈ। ਸਾਡੇ ਸਮਾਜ ਦੇ ਲੋਕ ਜਿਉਂਦੇ ਬੰਦੇ ਨੂੰ ਛੱਡ ਕੇ ਨਿਰਜੀਵਾਂ ਦੀ ਪੂਜਾ ਕਰਨ ਲੱਗ ਪਏ, ਪੱਥਰਾਂ ਦੀ ਪੂਜਾ, ਮੂਰਤੀਆਂ ਦੀ ਪੂਜਾ ਉਹਨਾਂ ਦੀ ਲੱਗ ਪਏ। ਰੱਬ ਤਾਂ ਇਨਸਾਨ ਵਿੱਚ ਸੀ। ਤੇ ਜਦੋਂ ਇਸ ਗੱਲ ਨੂੰ ਸਮਝਾਂਗੇ ਤਾਂ ਸ਼ੁਰੂਆਤ ਇੱਥੋਂ ਹੋ ਜਾਣੀ ਹੈ ਇਸ ਗੱਲ ਦੀ ਵੀ ਰੱਬ ਨੂੰ ਸਮਝਣਾ ਸ਼ੁਰੂ ਕਰ ਆਪਣੇ ਆਪ ਤੋਂ, ਵੀ ਮੇਰੇ ਅੰਦਰ ਪਰਮਾਤਮਾ ਹੈ। ਮਾਂ ਬਾਪ ਦੇ ਵਿੱਚ, ਘਰ ਦੇ ਜੀਆਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਪਰਮੇਸ਼ਰ ਦਾ ਵਾਸ ਹੀ ਤਾਂ ਹੈ, ਸਾਰਿਆਂ 'ਚ ਤਾਂ ਉਹ ਵਸ ਰਿਹਾ। ਘਟ ਘਟ ਮੈਂ ਹਰ ਜੂ ਵਸੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦੇ ਬਿਨਾਂ ਹੈ ਕੀ ਹੈ ਇੱਥੇ। ਇਸ ਲਈ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਦੇਖੋ ਹੈ ਅੰਤਰ ਥੋੜ੍ਹਾ ਹੀ ਹੈ। ਸਾਡੀ ਸੋਚ ਨਹੀਂ ਕਿਸੇ ਇੱਕ ਥਾਂ ਤੇ ਖੜ ਗਈ, ਕਿਸੇ ਇੱਕ ਦੀਵਾਰ, ਇੱਕ ਮੂਰਤ, ਇੱਕ ਫੋਟੋ ਵਿੱਚ ਖੜ ਗਈ। ਪਰ ਜੇ ਕਿਤੇ ਇਨਸਾਨੀਆਂ ਵਿੱਚੋਂ ਰੱਬ ਨੂੰ ਵੇਖਿਆ ਹੁੰਦਾ ਤਾਂ ਸਾਡੀ ਜਿਹੜੀ ਸੇਵਾ ਪ੍ਰਵਾਨ ਹੋ ਜਾਣੀ ਸੀ, ਸਾਡਾ ਜਿਉਣਾ ਸਫਲ ਹੋ ਜਾਣਾ, ਸਾਨੂੰ ਜਿਉਣ ਦਾ ਚੱਜ ਆ ਜਾਣਾ ਸੀ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਾਨੂੰ ਸਮਝ ਆ ਜਾਣੀ ਸੀ। ਤੇ ਸਤਿਗੁਰੂ ਕਹਿੰਦੇ ਤੇਰੇ ਅੰਦਰ ਵਸਦਾ ਹੈ। ਫਿਰ ਦੂਜੇ ਨੰਬਰ 'ਤੇ ਲੋਕ ਉਹਨੂੰ ਲੱਭਣ ਦੇ ਲਈ, ਸਤਿਗੁਰੂ ਨੇ ਕਿਹਾ ਅੰਦਰ ਵਸਦਾ ਹੈ, ਪਰ ਲੋਕ ਲੱਭਣ ਦੇ ਲਈ ਉਹਨੂੰ ਬਾਹਰ ਤੁਰੇ ਫਿਰਦੇ ਰਹੇ। ਕਿਸੇ ਨੇ ਭਗਵੇਂ ਕੱਪੜੇ ਪਾ ਲਏ, ਕਿਸੇ ਨੇ ਤਣ ਤੋਂ ਕੱਪੜੇ ਲਾਹ ਲਏ, ਕਿਸੇ ਨੇ ਵਾਲ ਕਟਾ ਲਏ, ਕਿਸੇ ਨੇ ਜੜ੍ਹਾਂ ਵਧਾ ਲਈਆਂ, ਕਿਸੇ ਨੇ ਨੰਗੇ ਪੈਰੀ ਕਰ ਲਏ, ਕੋਈ ਧਰਤੀ ਦੇ ਰਟਨ ਕਰਨ ਲੱਗ ਪਿਆ, ਕੋਈ ਘਰ ਤੋਂ ਬਾਹਰ ਜਾ ਕੇ ਬਹਿ ਗਿਆ, ਕੋਈ ਜੰਗਲਾਂ 'ਚ ਜਾ ਕੇ ਬਹਿ ਗਿਆ, ਇਹੋ ਜਿਹਾ ਕੁਛ ਬਣ ਗਿਆ। ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜਿੱਥੇ ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਵਸਦਾ ਹੀ ਤੇਰੇ ਅੰਦਰ ਹੈ, ਉਹ ਕਿਤੇ ਹੈ ਹੀ ਨਹੀਂ ਹੈ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਾ ਪਾਲ ਦੀ ਵਿਚਾਰ ਆਉਣੀ ਹੈ, ਸਤਿਗੁਰੂ ਕਹਿੰਦੇ ਨਾਲ ਹੀ ਹੈ, ਉਹਦੀ ਰਜ਼ਾ 'ਚ ਰਹਿ। ਸਚਿਆਰ ਹੋਣ ਦੇ ਲਈ ਲੋਕਾਂ ਨੇ ਬੜਾ ਕੁਛ ਕੀਤਾ ਵੀ ਮੈਂ ਸੁੱਚਾ ਬਣਾ, ਹੋ ਸਕਦਾ ਘਰ-ਬਾਰ ਛੱਡ ਕੇ ਸੁੱਚਾ ਹੋ ਜਾਵਾਂ, ਵੀ ਸੁੱਚਾ ਹੋਣਾ, ਹੋ ਸਕਦਾ ਮੈਂ ਤੀਰਥਾਂ 'ਤੇ ਨਹਾ ਕੇ ਸੁੱਚਾ ਹੋ ਜਾਵਾਂ, ਸੁੱਚਾ ਹੋਣਾ, ਹੋ ਸਕਦਾ ਮੈਂ ਦਾਨ ਪੁੰਨ ਕਰਕੇ ਸੁੱਚਾ ਹੋ ਜਾਵਾਂ। ਸਤਿਗੁਰੂ ਜੀ ਨੇ ਸਾਰੇ ਭੁਲੇਖੇ ਕੱਢੇ। ਸੋ ਖੈਰ ਅੱਗੇ ਸਾਰੀ ਵਿਚਾਰ ਆਉਣੀ ਹੈ, ਜੇ ਆਪਾਂ ਬਾਣੀ ਦੀ ਆਪਾਂ ਵਿਚਾਰਾਂਗੇ। ਪਹਿਲੀ ਪੌੜੀ ਤੋਂ ਗੁਰੂ ਨਾਨਕ ਸਾਹਿਬ ਜੀ ਇਹ ਭੁਲੇਖੇ ਕੱਢਣੇ ਸ਼ੁਰੂ ਕਰ ਦਿੰਦੇ ਆ। ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਵੀ ਜੇ ਪਰਮੇਸ਼ਰ ਦੀ ਸਮਝ ਆ ਗਈ ਵੀ ਇਹ ਸਾਰਿਆਂ 'ਚ ਵਸਦਾ ਹੈ, ਤਾਂ ਤੈਨੂੰ ਕਿਤੇ ਲੱਭਣ ਜਾਣ ਦੀ ਵੀ ਲੋੜ ਨਹੀਂ ਪੈਣੀ, ਕਿਉਂਕਿ ਵਸਦਾ ਹੀ ਤੇਰੇ ਅੰਦਰ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਹੈ। ਸਤਿਗੁਰੂ ਕਹਿੰਦੇ ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਿੱਥੇ ਖੋਜਣ ਚੱਲਿਆ? ਕਾਹੇ ਰੇ ਬਣ ਖੋਜਣ, ਬਣ ਦਾ ਭਾਵ ਹੁੰਦਾ ਜੰਗਲ। ਕਾਹੇ ਰੇ ਬਣ ਖੋਜਣ ਜਾਈ, ਉਹਨੂੰ ਬਾਹਰ ਕਿਉਂ ਲੱਭਦਾ ਹੈ? ਬਾਹਰ ਢੂੰਡ ਤਾਂ ਬਹੁਤ ਦੁੱਖ ਪਾਵੈ, ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰੋ, ਵਸਦਾ ਹੀ ਤੇਰੇ ਅੰਦਰ ਹੈ। ਤੇ ਸਤਿਗੁਰੂ ਕਹਿੰਦੇ ਕਾਹੇ ਰੇ ਬਣ ਖੋਜਣ ਜਾਈ, ਬਾਹਰ ਕਿੱਥੋਂ ਲੱਭਦਾ ਹੈ? ਵਸਦਾ ਹੀ ਤੇਰੇ ਅੰਦਰ ਹੈ। ਹੁਣ ਇੱਥੇ ਲਿਖਿਆ ਜੰਗਲ, ਬਣਾ ਦੇ ਵਿੱਚ, ਜੰਗਲਾਂ ਦੇ ਵਿੱਚ। ਹੁਣ ਤੁਸੀਂ ਇੱਕ ਗੱਲ ਦਾ ਧਿਆਨ ਮਾਰੋ, ਅੱਜ ਲੋਕ ਜਾਂਦੇ ਆ ਜੀ ਜੰਗਲਾਂ 'ਚ? ਬਹੁਤ ਘੱਟ ਹੈ। ਅੱਜ ਲੋਕ ਮੰਨ ਲਓ ਵੀ ਜੰਗਲ ਖਤਮ ਹੋ ਗਏ, ਰਹਿੰਦੇ ਇੱਥੇ ਹੈ। ਅੱਜ ਦੇ ਹਿਸਾਬ ਦੇ ਨਾਲ ਜੰਗਲ ਕਿਹਨੂੰ ਕਹੋਗੇ ਤੁਸੀਂ? ਵੀ ਜੇ ਅੱਜ ਅਸੀਂ ਵਿਚਾਰਨਾ ਵੀ ਜੰਗਲ 'ਚ ਤਾਂ ਕੋਈ ਜਾ ਹੀ ਨਹੀਂ ਰਿਹਾ, ਸਾਡੇ 'ਚ ਤਾਂ ਕੋਈ ਜਾਂਦਾ ਹੀ ਨਹੀਂ, ਫਿਰ ਅਸੀਂ ਕਿਵੇਂ ਸਮਝੀਏ ਗੱਲ ਨੂੰ? ਆਪਣੇ ਆਪ ਨੂੰ ਛੱਡ ਕੇ ਬਾਹਰ ਝਮੇਲਿਆਂ ਵਿੱਚੋਂ ਰੱਬ ਨੂੰ ਲੱਭਦੇ ਹੋ, ਇਹ ਵੀ ਤਾਂ ਜੰਗਲ ਵਾਲੇ ਹੀ ਕੰਮ ਹੈ ਨਾ। ਝਮੇਲਿਆਂ ਵਿੱਚੋਂ ਲੱਭਣਾ ਰੱਬ ਨੂੰ, ਇਹ ਵੀ ਜੰਗਲ ਹੀ ਹੈ। ਕਰਮ ਕਾਂਡਾਂ ਵਿੱਚੋਂ ਰੱਬ ਨੂੰ ਲੱਭਣਾ ਜੰਗਲ ਹੀ ਹੈ। ਜੰਗਲ ਤਾਂ ਸਾਰੇ ਪਾਸੇ ਬਣਿਆ, ਪਰ ਰਾਹ ਕਿਸੇ ਪਾਸੇ ਨਹੀਂ। ਕਿਹੜੇ ਨੂੰ ਪੁੱਛੋਗੇ ਵੀ ਰੱਬ ਦਾ ਰਾਹ ਕਿੱਧਰ ਜਾਂਦਾ? ਹਰੇਕ ਆਪਣਾ ਦੱਸੂਗਾ, ਕਿਉਂਕਿ ਜੰਗਲਾਂ ਵਿੱਚ ਕਿਹੜਾ ਰਾਹ ਬਣੇ ਹੁੰਦੇ ਆ। ਉੱਧਰ ਜਿੱਧਰ ਝਾਕੋ ਐਂ ਲੱਗਦਾ ਵੀ ਆ ਵੀ ਬਾਹਰ ਨੂੰ ਜਾਊ, ਆ ਵੀ ਬਾਹਰ ਨੂੰ ਜਾਊ, ਉੱਥੇ ਕਿਹੜਾ ਰਸਤੇ ਆ ਕੋਈ ਸਿੱਧੇ? ਤੇ ਹਰੇਕ ਹੀ ਇੱਥੇ ਤਾਂ ਕ੍ਰੈਡਿਟ ਲਈ ਬੈਠਾ ਵੀ ਆਓ ਅਸੀਂ ਰੱਬ ਨੂੰ ਮਿਲਾ ਦਈਏ। ਇੱਥੇ ਤਾਂ ਪ੍ਰਭ ਮਿਲਣੇ ਕਾ ਚਾਓ ਬੜੀਆਂ ਸੰਸਥਾਵਾਂ, ਅਗਲੇ ਜੋ ਕਹਿੰਦੇ ਆ ਜਾਓ ਤੁਹਾਡੀ ਲਿਵ ਜੋੜ ਦਈਏ ਰੱਬ ਦੇ ਨਾਲ, ਸਾਡੇ ਮਹਾਂਪੁਰਸ਼ ਪਹੁੰਚੇ ਹੋਏ ਆ, ਤੁਹਾਨੂੰ ਵੀ ਲੈ ਚਲੀਏ।
ਪਹੁੰਚੀਆਂ ਰੂਹਾਂ ਜਿਹੜੀਆਂ ਇੱਥੇ ਬੜੀਆਂ। ਸਤਿਗੁਰੂ ਕਹਿੰਦੇ ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਉਹ ਪ੍ਰਮਾਤਮਾ ਹੈ ਜਿਹੜਾ ਸਾਰਿਆਂ ਵਿੱਚ ਵਸ ਕੇ ਅਲੇਪ ਹੈ, ਬੈਠਾ ਵੇਖੈ ਵੱਖ ਅਕੇਲਾ। ਉਹ ਵਸਦਾ ਵੀ ਸਾਰਿਆਂ ਦੇ ਵਿੱਚ ਹੈ, ਪਰ ਵੇਖ ਵੀ ਸਾਰਿਆਂ ਨੂੰ ਰਿਹਾ ਹੈ। ਇਹ ਖਾਸੀਅਤ ਸਿਰਫ ਰੱਬ 'ਚ ਹੈ। ਆਪਾਂ ਪਹਿਲਾਂ ਵੀ ਸਮਝਿਆ ਸੀ, ਬਣਾਉਣ ਵਾਲਾ ਨਾਲ ਹੀ ਵਸ ਗਿਆ। ਕਿਸੇ 'ਚ ਤਾਕਤ ਨਹੀਂ ਹੈ, ਜਿਹੜੇ ਨੇ ਚੀਜ਼ ਕੋਈ ਬਣਾਈ ਉਹ ਨਾਲ ਨਹੀਂ ਜਾ ਸਕਦਾ ਕਿਤੇ ਵੀ। ਪਰ ਪਰਮੇਸ਼ਰ ਹੈ ਜਿਹੜਾ, ਉਹ ਇਹੋ ਜਿਹਾ ਕਰਤਾ ਹੈ ਜਿਹੜਾ ਵਿੱਚ ਹੀ ਸਮਾ ਗਿਆ ਬਣਾ ਕੇ। ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ। ਤੇ ਸਤਿਗੁਰੂ ਜੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਪਹੁ ਪਮਦ ਜਿਉ ਬਾਸ ਬਸਤ ਹੈ। ਵਸਦਾ ਪਤਾ ਕਿਵੇਂ ਹੈ? ਫੁੱਲ ਹੈ ਨਾ, ਫੁੱਲ ਦੀ ਸੁਗੰਧੀ ਹੈ ਜਿਹੜੀ, ਆਪਾਂ ਉਹਨੂੰ ਖੁਸ਼ਬੂ ਹੈ ਜਿਹੜੀ ਉਹਨੂੰ ਸੁੰਘ ਸਕਦੇ ਹਾਂ ਨਾ। ਪਰ ਜੇ ਕੋਈ ਕਹੇ ਫੁੱਲ ਤੇ ਸੁਗੰਧੀ ਨੂੰ ਅਲੱਗ ਕਰ ਦਈਏ, ਵੀ ਸੁਗੰਧੀ ਅੱਡ ਰਹੇ ਜੇ ਫੁੱਲ ਅੱਡ ਰਹੇ, ਨਾ, ਫੁੱਲ ਨੂੰ ਖਤਮ ਕਰੋਗੇ ਸੁਗੰਧੀ ਖਤਮ ਹੋ ਜਾਣੀ ਹੈ। ਅੱਡ ਨਹੀਂ ਨਾ ਕੀਤਾ ਜਾ ਸਕਦਾ। ਜਿਵੇਂ ਉਹਦੇ ਫੁੱਲ ਦੇ ਵਿੱਚ ਉਹਦੀ ਸੁਗੰਧੀ ਸਮਾਈ ਹੋਈ ਹੈ, ਪਰਮੇਸ਼ਰ ਖਲਕਤ ਦੇ ਵਿੱਚ ਹੀ ਸਮਾਇਆ ਹੋਇਆ ਹੈ। ਅੱਡ ਨਹੀਂ ਕੀਤਾ ਜਾ ਸਕਦਾ। ਅੱਡ ਕਰਕੇ ਤੁਸੀਂ ਵੇਖ ਹੀ ਨਹੀਂ ਸਕਦੇ। ਇੱਥੇ ਹੀ ਵਸ ਰਹੇ। ਸਭ ਤੋਂ ਪਹਿਲਾਂ ਇਹ ਭਾਵ ਸਮਝੋ ਮੇਰੇ 'ਚ ਹੈ। ਜਿੱਦਣ ਆਪਣੇ ਆਪ ਦੀ ਸਮਝ ਆ ਗਈ, ਫਿਰ ਨਜ਼ਰ ਹੀ ਬਦਲ ਜਾਣੀ ਹੈ ਜੀ, ਦੁਨੀਆਦਾਰੀ 'ਚ ਵੀ ਦਿਖਣ ਲੱਗ ਪੈਣਾ। ਪਹੁ ਪਮਾਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾਂ ਦਿਸਦਾ, ਸ਼ੀਸ਼ੇ ਦੇ ਵਿੱਚੋਂ ਪਰਛਾਵੇਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਕੋਈ ਸ਼ੀਸ਼ੇ ਨੂੰ ਭੰਨ ਦੇ ਵੀ ਪਰਛਾਵਾਂ ਅਲੱਗ ਹੋ ਜੂ ਨਾ, ਉਹ ਅੱਡ ਨਹੀਂ ਕੀਤਾ ਜਾ ਸਕਦਾ। ਪਰ ਇਹ ਆ ਵੀ ਪਰਛਾਵਾਂ ਤਾਂ ਦਿਸੂ ਜੇ ਸ਼ੀਸ਼ੇ ਦੇ ਸਾਹਮਣੇ ਹੋਵਾਂਗੇ। ਸ਼ੀਸ਼ੇ ਦੇ ਸਾਹਮਣੇ ਨਾ ਹੋਵਾਂਗੇ ਤਾਂ ਪਰਛਾਵਾਂ ਦਿਸੂ ਕਿਵੇਂ? ਦੁਨੀਆ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਸਮਝ ਤਾਂ ਆਊ। ਜੇ ਦੁਨੀਆ ਦੇ ਵਿੱਚ ਈਰਖਾ, ਭਾਈਚਾਰਕ ਸਾਂਝ ਹੀ ਸਾਡੀ ਖਤਮ ਹੋ ਗਈ, ਰੱਬ ਕਿੱਥੋਂ ਲੱਭ ਪੈਣਾ ਸਾਨੂੰ? ਵਸਦਾ ਹੀ ਉਹ ਦੁਨੀਆ ਦੇ ਅੰਦਰ ਹੈ, ਵਸਦਾ ਹੀ ਇੱਥੇ ਹੈ। ਇਹ ਜਗ ਸੱਚਾ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ। ਇੱਥੇ ਵਸ ਰਿਹਾ ਉਹ ਕਿਤੇ ਨਹੀਂ ਹੈ। ਆਹ ਸੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ। ਇੱਦਾਂ ਸਮਝ ਆਇਆ ਦੁਨੀਆ ਨੂੰ ਵੀ ਉਹ ਆਦ ਸੱਚ ਜੁਗਾਦ ਸੱਚ ਹੈ ਨਾ ਜਿਹੜਾ, ਉਹ ਕਿਤੇ ਹੋਰ ਨਹੀਂ ਵਸਦਾ, ਇੱਥੇ ਵਸਦਾ। ਉਹ ਕਿਤੇ ਸੱਤਵੇਂ ਸਮਾਨ ਤਾਹਾਂ ਨਹੀਂ ਰਹਿੰਦਾ ਕਿਤੇ, ਉਹਦਾ ਕਿਤੇ ਕੋਈ ਤਾਹਾਂ ਹੋਰ ਟਿਕਾਣਾ ਨਹੀਂ ਹੈ, ਕਿਤੇ ਦੂਰ ਜਾ ਕੇ ਬੈਠ ਜਾਓ ਕਿਤੇ ਨਾ, ਉਹ ਅੰਦਰ ਹੀ ਵਸਦਾ। ਪਹੁ ਪਮਾਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਸਤਿਗੁਰੂ ਕਹਿੰਦੇ ਤੈਸੇ ਹੀ ਹਰ ਬਸੈ ਨਿਰੰਤਰ। ਇਸੇ ਤਰੀਕੇ ਨਾਲ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਲਗਾਤਾਰ ਵਸ ਰਹੀ ਹੈ, ਸ਼ੀਸ਼ੇ ਦੇ ਵਿੱਚ ਤਸਵੀਰ ਦਿਖ ਜਾਂਦੀ ਹੈ, ਸਾਡਾ ਪਰਛਾਵਾਂ ਦਿਸ ਜਾਂਦਾ ਹੈ। ਕਹਿੰਦੇ ਤੈਸੇ ਹੀ ਹਰ ਵਸੈ ਨਿਰੰਤਰ। ਐਂ ਪ੍ਰਮਾਤਮਾ ਖਲਕਤ ਦੇ ਵਿੱਚ ਨਿਰੰਤਰ ਲਗਾਤਾਰ ਵਸ ਰਿਹਾ। ਤੈਸੇ ਹੀ ਹਰ ਬਸੇ ਨਿਰੰਤਰ। ਕਹਿੰਦੇ ਫਿਰ ਦੇਖਣਾ ਕਿਵੇਂ ਹੈ? ਘਟ ਹੀ, ਘਟ ਦਾ ਮਤਲਬ ਹੁੰਦਾ ਹਿਰਦਾ, ਘਟ ਹੀ ਖੋਜੋ ਭਾਈ। ਆਪਣੇ ਆਪ ਆਪਣੇ ਹਿਰਦੇ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੋ, ਫਿਰ ਉਹ ਮਿਲ ਪੈਣਾ ਹੈ। ਅਤੇ ਸਤਿਗੁਰੂ ਕਹਿੰਦੇ ਜਿੱਦਣ ਭਾਵ ਪੈਦਾ ਹੋ ਗਿਆ ਨਾ ਉਹਨੂੰ ਲੱਭਣ ਦਾ, ਫਿਰ ਕਹਿੰਦੇ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਬਾਹਰ ਅਤੇ ਭੀਤਰ ਭਾਵ ਅੰਦਰੋਂ ਬਾਹਰੋਂ ਇੱਕ ਹੋ ਜਾਣਾ। ਪਰਮੇਸ਼ਰ ਅੰਦਰ ਵਸਦਾ ਹੈ। ਜਿੱਦਣ ਅੰਦਰੋਂ ਭਾਵ ਵੀ ਰੱਬ ਮੇਰੇ ਅੰਦਰ ਹੈ ਅਤੇ ਬਾਹਰੋਂ ਵੀ ਚੰਗਾ ਬੰਦੇ ਨੇ ਬਣ ਜਾਣਾ। ਪਰ ਹੁਣ ਕੀ ਚੱਲ ਰਿਹਾ? ਹੁਣ ਚੰਗਾ ਇਕੱਲਾ ਬਾਹਰੋਂ ਹੋਣ ਦਾ, ਅੰਦਰ ਬੜਾ ਕੁਛ ਹੈ। ਉਸ ਭਾਵ ਨੂੰ ਪੈਦਾ ਕਰੋ ਵੀ ਅੰਦਰ ਵਸ ਰਿਹਾ, ਅੰਦਰੋਂ ਵੀ ਇੱਕ ਹੋ ਜਾਈਏ ਅਤੇ ਬਾਹਰੋਂ ਵੀ ਇੱਕ ਹੋ ਜਾਈਏ। ਹੁਣ ਇਹਦੇ ਦੋ ਭਾਵ ਹੈ। ਇੱਕ ਭਾਵ ਅਰਥ ਆਪਣੇ ਆਪ 'ਤੇ ਹੈ, ਦੂਜੇ ਅਰਥ ਦੁਨਿਆਵੀ ਤੌਰ 'ਤੇ ਹੈ। ਉਹ ਇਵੇਂ ਦਾ ਹੈ ਵੀ ਜੇ ਤੁਸੀਂ ਇਸ ਗੱਲ ਨੂੰ ਸਮਝਣਾ ਬਾਹਰੋਂ ਸੁਖੀ ਕਿਵੇਂ ਹੋਣਾ ਹੈ, ਆਪਣੇ ਆਪ ਨੂੰ ਚੰਗਾ ਬਣਾ ਲੈ, ਆਲਾ ਦੁਆਲਾ ਘਰ ਪਰਿਵਾਰ ਤੇਰਾ, ਆਲਾ ਦੁਆਲਾ ਵਾਤਾਵਰਨ, ਆਸ ਗੁਆਂਢ ਸਾਰਾ ਹੀ ਚੰਗਾ ਹੋ ਜਾਣਾ। ਭਾਵ ਇਹ ਹੈ ਨਾ ਵੀ ਰੱਬ ਨੂੰ ਜਿੱਦਣ ਸਮਝਣ ਲੱਗ ਪਿਆ ਵੀ ਮੇਰੇ ਇਕੱਲੇ 'ਚ ਨਹੀਂ ਹੈ, ਸਾਰਿਆਂ ਦੇ ਵਿੱਚ ਹੀ ਹੈ, ਕਿਤੇ ਵੱਖਰਾ ਨਹੀਂ ਹੈ, ਖਲਕਤ ਦੇ ਵਿੱਚ ਹੀ ਹੈ, ਭਰਾ ਦੇ ਵਿੱਚ, ਭੈਣ ਦੇ ਵਿੱਚ, ਰਿਸ਼ਤੇਦਾਰਾਂ, ਮਾਂ ਬਾਪ ਦੇ ਵਿੱਚ, ਆਸ ਗੁਆਂਢ ਦੇ ਵਿੱਚ, ਭਰਾਵਾਂ ਦੇ ਬੱਚਿਆਂ ਵਿੱਚ, ਸਾਰਿਆਂ 'ਚ ਹੀ ਵਸ ਰਹੇ। ਅਤੇ ਉਹ ਭਾਵ ਪੈਦਾ ਹੋ ਗਿਆ। ਤੁਸੀਂ ਵੇਖੋ ਵੀ ਫਿਰ ਇੱਥੇ ਲੜਾਈ ਝਗੜੇ, ਜਿਸ ਲਾਲਚ ਦੇ ਕਾਰਨ, ਜਿਸ ਬੇਈਮਾਨੀ ਦੇ ਘਰਾਂ ਦੇ ਘਰ ਬਰਬਾਦ ਹੋ ਗਏ, ਲਾਲਚ ਦੇ ਕਾਰਨ ਇੱਕ ਦੂਸਰੇ ਦੇ ਕਤਲ ਕਰਨ ਤੱਕ ਬੰਦਾ ਉਤਰ ਜਾਂਦਾ ਹੈ। ਅਤੇ ਇਸ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਮੁਤਾਬਕ ਦੁਨੀਆ ਕਿੰਨੀ ਸੁਖੀ ਹੋ ਜਾਣੀ ਹੈ ਜਦੋਂ ਇੱਕ ਦੂਸਰੇ ਦਾ ਭਾਵ ਸਮਝਣ ਲੱਗ ਪਏ ਵੀ ਯਾਰ ਮੇਰੇ 'ਚ ਰੱਬ ਤਾਂ ਇਹਦੇ ਵਿੱਚ ਵੀ ਵਸਦਾ, ਇਹ ਵੀ ਉਹੀ ਜੋਤ ਹੈ ਜਿਹੜੀ ਮੇਰੇ 'ਚ ਹੈ, ਭੇਦ ਹੀ ਕੋਈ ਨਹੀਂ ਹੈ। ਸਤਿਗੁਰੂ ਕਹਿੰਦੇ ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ।
ਜਨ ਨਾਨਕ ਬਿਨ ਆਪਾ ਚੀਨੈ। ਸਤਿਗੁਰੂ ਅਖੀਰ ਵਿੱਚ ਕਹਿੰਦੇ ਆਪਣੇ ਆਪ ਨੂੰ ਚੀਨਣ ਤੋਂ ਬਿਨਾ, ਚਿੰਤਨ ਤੋਂ ਬਿਨਾ, ਆਪਣੀ ਖੋਜ ਕੀਤੇ ਤੋਂ ਬਿਨਾ ਮਿਟੈ ਨਾ ਭ੍ਰਮ ਕੀ ਕਾਈ। ਆ ਭੁਲੇਖਾ ਦੂਰ ਹੀ ਨਹੀਂ ਹੋ ਸਕਦਾ। ਜਿੰਨਾ ਚਿਰ ਬੰਦਾ ਆਪਣੇ ਆਪ ਨੂੰ ਨਾ ਖੋਜਦਾ ਉਹਨਾਂ ਚਿਰ ਉਹ ਬਾਹਰ ਹੀ ਰੱਬ ਨੂੰ ਲੱਭੂਗਾ। ਜਿੱਦਣ ਅੰਦਰੋਂ ਲੱਭਣ ਲੱਗ ਪਿਆ ਭੁਲੇਖਾ ਹੀ ਦੂਰ ਹੋ ਜਾਣਾ ਵੀ ਵਸਦਾ ਹੀ ਅੰਦਰ ਆ, ਉਹ ਤਾਂ ਹੈ ਹੀ ਨਹੀਂ ਕਿਤੇ। ਉਹ ਪਰਮੇਸ਼ਰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਹੜਾ ਪਰਮੇਸ਼ਰ ਹੈ ਉਹ ਇੱਕ ਤਾਂ ਇਹ ਗੱਲ ਸਮਝੋ ਸਦੀਵੀ ਹੈ, ਨਾ ਤਾਂ ਉਹ ਜੰਮਦਾ ਹੈ। ਰੱਬ ਦਾ ਨਾ ਤਾਂ ਕੋਈ ਜਨਮ ਦਿਹਾੜਾ ਮਨਾਇਆ ਜਾ ਸਕਦਾ ਹੈ ਅਤੇ ਨਾ ਹੀ ਉਹਦੀ ਕੋਈ ਜਯੰਤੀ ਮਨਾਈ ਜਾ ਸਕਦੀ ਵੀ ਅੱਜ ਦੇ ਦਿਨ ਚਲਿਆ ਗਿਆ ਸੀ ਰੱਬ, ਅੱਜ ਦੇ ਦਿਨ ਪੈਦਾ ਹੋਇਆ ਸੀ। ਨਹੀਂ, ਉਹਦੇ ਜਨਮ ਅਸ਼ਟਮੀਆਂ ਨਹੀਂ ਮਨਾਈਆਂ ਜਾਂਦੀਆਂ, ਉਹਦੇ ਮਰਨ ਦਿਹਾੜੇ ਨਹੀਂ ਮਨਾਏ ਜਾਂਦੇ। ਪਰਮੇਸ਼ਰ ਸਦੀਵੀ ਹੈ, ਆਦ ਸੱਚ ਜੁਗਾਦ ਸੱਚ, ਖਤਮ ਹੋਣ ਵਾਲਾ ਹੀ ਨਹੀਂ ਹੈ। ਇਸ ਲਈ ਤੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਤਾਂ ਇਹ ਕਹਿੰਦੀ ਹੈ, ਸਤਿਗੁਰੂ ਕਹਿੰਦੇ ਜਿਹੜੀ ਜ਼ੁਬਾਨ ਇਹ ਗੱਲ ਕਹੇ ਨਾ ਵੀ ਰੱਬ ਜੂਨਾਂ ਵਿੱਚ ਆਉਂਦਾ ਹੈ, ਸਤਿਗੁਰੂ ਕਹਿੰਦੇ ਜ਼ੁਬਾਨ ਹੀ ਸੜ ਜਾਣੀ ਚਾਹੀਦੀ ਹੈ। ਜਿਹੜੀ ਕਹਿੰਦੀ ਹੈ ਵੀ ਮਾਲਕ ਜੂਨਾਂ ਦੇ ਵਿੱਚ ਆ ਜਾਂਦਾ, ਵੀ ਅਵਤਾਰ ਧਾਰਦਾ ਕਿਤੇ ਜੂਨੀਆਂ ਦੇ ਵਿੱਚ ਆਉਂਦਾ, ਨਹੀਂ ਨਹੀਂ, ਉਹ ਤਾਂ ਹੈ ਹੀ ਹਰੇਕ ਥਾਂ 'ਤੇ ਹੈ। ਉਹ ਤਾਂ ਵਾਸੀ ਹਮੇਸ਼ਾ ਰਿਹਾ। ਜੁੱਗਾ ਜਗਤ ਇਹ ਥੋੜ੍ਹੀ ਹੈ ਵੀ ਫਲਾਣੇ ਯੁੱਗ 'ਚ ਰੱਬ ਪੈਦਾ ਹੋਏ ਸੀ, ਫਲਾਣੇ ਯੁੱਗ 'ਚ ਰੱਬ ਪਿਆ ਅੱਜ ਹੈ ਨਹੀਂ ਕਿਤੇ। ਉਹ ਤਾਂ ਨਿਰੰਤਰ ਵਸਦਾ ਏ। ਇਸ ਲਈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਬੜੀ ਵਿਲੱਖਣ ਹੈ ਅਤੇ ਬੜੀ ਪਿਆਰੀ ਹੈ। ਸਮਝਣ ਦੀ ਕੋਸ਼ਿਸ਼ ਕਰੀਏ, ਵਿਚਾਰਾਂਗੇ ਤਾਂ ਸਾਨੂੰ ਸਮਝ ਆਵੇਗੀ। ਬਸ ਸ਼ਲੋਕ ਦੀ ਵਿਚਾਰ ਸਾਂਝੀ ਕੀਤੀ ਹੈ ਅਤੇ ਅੱਗੇ ਜਪ ਬਾਣੀ ਦੀ ਪਹਿਲੀ ਜਿਹੜੀ ਪੌੜੀ ਹੈ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਦੀ ਵਿਚਾਰ ਜਿਹੜੀ ਆਰੰਭਣੀ ਆਪਾਂ ਪੌੜੀਆਂ ਦੀ ਵਿਚਾਰ ਆਉਂਦੀ ਉਹਦੇ ਸਮੇਂ ਦੇ ਵਿੱਚ ਸਾਂਝੀ ਕਰਨੀ ਹੈ। ਸਤਿਗੁਰੂ ਰਹਿਮਤ ਕਰਨ, ਕਿਉਂਕਿ ਜਪ ਬਾਣੀ ਇੱਦਾਂ ਦੀ ਹੈ ਜਿਹੜੇ ਹਰੇਕ ਪੜ੍ਹਨ ਦੀ ਕੋਸ਼ਿਸ਼ ਕਰਦੇ ਆ। ਜਪ ਬਾਣੀ ਤਾਂ ਪੜ੍ਹਦੇ ਪੜ੍ਹਦੇ ਬਹੁਤਿਆਂ ਨੂੰ ਮੂੰਹ ਜ਼ਬਾਨੀ ਵੀ ਯਾਦ ਹੈ। ਕੋਸ਼ਿਸ਼ ਕਰੋ ਵੀ ਆਪਾਂ ਇਹਦੀ ਰਲ ਮਿਲ ਕੇ ਵਿਚਾਰ ਸਾਂਝੀ, ਸਾਨੂੰ ਪਤਾ ਤਾਂ ਲੱਗਦਾ ਰਹੇ ਵੀ ਗੁਰੂ ਨਾਨਕ ਸਾਹਿਬ ਕਹਿ ਕੀ ਰਹੇ ਆ। ਸਿਰਫ ਪਾਠ ਹੀ ਤਾਂ ਨਹੀਂ ਕਰ ਰਹੇ, ਭੁਲੇਖਿਆਂ ਵਿੱਚ ਹੀ ਤਾਂ ਨਹੀਂ ਪਏ ਹੋਏ ਕਿਤੇ। ਅਸੀਂ ਵਿਚਾਰ ਸਾਂਝੀ ਕਰੋਗੇ ਤਾਂ ਸਾਨੂੰ ਅਸਲੀਅਤ ਪਤਾ ਲੱਗਣੀ ਹੈ। ਕੋਸ਼ਿਸ਼ ਕਰਿਆ ਕਰੋ ਪਹੁੰਚਣ ਦੀ, ਧਿਆਨ ਦੇ ਨਾਲ ਵਿਚਾਰੀਏ, ਸਮਝੀਏ। ਜੋ ਵੀਰ ਭੈਣਾਂ ਘਰੇ ਸ਼ਰਵਣ ਕਰਦੇ ਆ, ਬਸ ਇਕਾਗਰ ਚਿੱਤ ਹੋ ਕੇ ਧਿਆਨ ਰੱਖ ਕੇ ਵਿਚਾਰਿਆ ਕਰੋ, ਸਮਝਿਆ ਕਰੋ, ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਵੀ ਗੱਲ ਠੀਕ ਹੈ। ਅਤੇ ਨਹੀਂ ਵੀ ਲੱਗਦੀ ਤਾਂ ਉਹਦਾ ਵੀ ਸੁਝਾਅ ਦਿੱਤਾ ਜਾ ਸਕਦਾ। ਦਾਤਾ ਰਹਿਮਤ ਕਰੇ। ਇਤਨੀਆਂ ਕੁ ਬੇਨਤੀਆਂ ਸਾਰਿਆਂ ਨੇ ਪ੍ਰਵਾਨ ਕਰ ਲੈਣੀਆਂ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।